ਵਾਹਿਗੁਰੂ ਸਾਹਿਬ ਜੀ। ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਦੀਠ। ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਬਸੀਠ। ਹਰ ਨਾਮੋ ਮੰਤਰ ਦਿਰੜਾਏਂਦਾ ਕੱਟੇ ਹਉਮੈ ਰੋਗ। ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨਾ ਧੁਰੇ ਪਿਆ ਸੰਜੋਗ। ਹਰ ਸਿਮਰਤ ਮਨ ਤਨ ਸੁਖੀ ਬਿਨਸੀ ਦੁਤੀਆ ਸੋਚ। ਨਾਨਕ ਟੇਕ ਗੋਪਾਲ ਕੀ ਗੋਬਿੰਦ ਸੰਕਟ ਮੋਚ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਨ ਪਰਤਖ ਗੁਰੂ ਨਿਸਤਾਰੇ। ਕੋਟ ਪਰਾਧ ਹਮਾਰੇ ਖੰਡੋ ਅਨਕ ਵਿਧि ਸਮਝਾਵਹੁ। ਹਮ ਅਗਿਆਨ ਅਲਪ ਮਤ ਥੋਰੀ ਤੁਮ ਆਪਨ ਬਿਰਦ ਰਖਾਵਹੁ। ਹਮ ਅਗਿਆਨ ਅਲਪ ਮਤ ਥੋਰੀ ਤੁਮ ਆਪਨ ਬਿਰਦ ਰਖਾਵਹੁ। ਜੁਗੋ ਜੁਗ ਅਟਲ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਨਿੱਕੀ ਹਜ਼ੂਰੀ ਅੰਦਰ ਜੁੜ ਬੈਠੇ ਗੁਰਮੁਖ ਪਿਆਰੇ ਸਤ ਸੰਗੀ ਜਨੋ, ਫਤਿਹ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼, ਸਤਿਗੁਰੂ ਜੀ ਦੀ ਰਹਿਮਤ ਹੈ। ਸਤਿਗੁਰੂ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠਣ ਦਾ ਇਹ ਸੁਭਾਗ ਆਪਾਂ ਸਭਨਾਂ ਨੂੰ ਪ੍ਰਾਪਤ ਹੋਇਆ ਹੈ। ਸਤਿਗੁਰੂ ਜੀ ਦੀ ਮੁਬਾਰਕ ਹਜ਼ੂਰੀ ਅੰਦਰ ਜੁੜ ਬੈਠ ਕੇ ਬੰਦੀ ਛੋੜ ਦਿਵਸ ਨੂੰ ਮੁੱਖ ਰੱਖਦਿਆਂ ਹੋਇਆਂ ਅੱਜ ਸਵੇਰ ਤੋਂ ਵਿਸ਼ੇਸ਼ ਰੂਪ ਵਿੱਚ ਸਜੇ ਹੋਏ ਦੀਵਾਨਾਂ ਦੀਆਂ ਆਪ ਜੀ ਹਾਜ਼ਰੀਆਂ ਭਰ ਰਹੇ ਹੋ। ਸਜੇ ਹੋਏ ਦੀਵਾਨਾਂ ਦੇ ਵਿੱਚ ਆਪ ਜੀਆਂ ਨੇ ਸ਼ਾਮ ਦੇ ਵਕਤ ਤੋਂ ਸਤਿਗੁਰੂ ਜੀ ਦੀ ਰੱਬੀ ਬਾਣੀ ਦੇ ਨਿਤਨੇਮ ਸਰਵਣ ਕੀਤੇ। ਉਪਰੰਤ ਸਤਿਕਾਰਯੋਗ ਰਾਗੀ ਜਥਿਆਂ ਪਾਸੋਂ ਸਤਿਗੁਰੂ ਜੀ ਦੀ ਮੁਬਾਰਕ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਕੁਝ ਸਮਾਂ ਦਾਸ ਨੂੰ ਪ੍ਰਾਪਤ ਹੋਇਆ ਹੈ ਆਪ ਜੀਆਂ ਨਾਲ ਗੁਰਮਤਿ ਵਿਚਾਰਾਂ, ਗੁਰਬਾਣੀ ਸਿਧਾਂਤ, ਗੁਰ ਇਤਿਹਾਸ ਦੀਆਂ ਵਿਚਾਰਾਂ ਦੀ ਸਾਂਝ ਪਾ ਸਕਾਂ। ਸਤਿਗੁਰੂ ਜੀ ਬਖਸ਼ਿਸ਼ ਕਰਨ। ਆਓ ਅਰਦਾਸ ਕਰੀਏ ਸਤਿਗੁਰੂ ਜੀ ਵਿੱਚ ਆਪ ਵਰਤ ਕੇ ਇਸ ਸਮੇਂ ਦੀ ਸਾਂਝ ਸਤਿਗੁਰੂ ਜੀ ਆਪਣੇ ਨਾਲ ਸਾਡੀ ਪਵਾ ਲੈਣ। ਪਿਆਰਿਓ, ਅੱਜ ਦਾ ਦਿਹਾੜਾ ਸਾਡੇ ਇਤਿਹਾਸ ਦੇ ਨਾਲ ਬਹੁਤ ਅਹਿਮ ਸੰਬੰਧ ਰੱਖਦਾ ਹੈ। ਮੈਂ ਦੁਪਹਿਰ ਦੇ ਦੀਵਾਨ ਦੇ ਵਿੱਚ ਵੀ ਆਪ ਜੀ ਨਾਲ ਇਹ ਨੁਕਤਾ ਸਾਂਝਾ ਕੀਤਾ ਸੀ। ਅੱਜ ਦਾ ਦਿਹਾੜਾ ਮੁੱਖ ਰੂਪ ਦੇ ਵਿੱਚ 3 ਇਤਿਹਾਸਾਂ ਨਾਲ ਜੁੜਿਆ ਹੈ। ਇੱਕ ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ, ਦੂਸਰਾ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਦੇ ਕਾਰਨ ਦੇ ਨਾਲ ਜੁੜਿਆ ਹੈ, ਤੀਸਰਾ
ਨਵੰਬਰ 1984 ਦੇ ਵਿੱਚ ਕੀਤੀ ਗਈ ਸਿੱਖ ਕਤਲੇਆਮ ਦੇ ਨਾਲ ਜੁੜਿਆ। ਇਹਨਾਂ ਤਿੰਨਾਂ ਮੁੱਦਿਆਂ ਤੇ ਮੈਂ ਦੁਪਹਿਰ ਦੇ ਵਕਤ ਕੁਝ ਵਿਚਾਰਾਂ ਸਾਂਝੀਆਂ ਕੀਤੀਆਂ ਸੀ। ਹੁਣ ਫਿਰ ਹੁਕਮ ਹੋਇਆ ਕਿ ਜਿੱਥੇ ਇਹਨਾਂ ਤਿੰਨਾਂ ਵਿਸ਼ਿਆਂ ਦੇ ਨਾਲ ਸੰਬੰਧਿਤ ਵਿਚਾਰਾਂ ਸਾਂਝੀਆਂ ਕਰਨੀਆਂ ਨੇ, ਥੋੜ੍ਹੀਆਂ ਜਿਹੀਆਂ ਮੌਜੂਦਾ ਸਮੇਂ ਦੇ ਪੰਥਕ ਹਾਲਾਤ ਤੇ ਆਉਣ ਵਾਲੇ ਭਵਿੱਖ ਦੇ ਬਾਰੇ ਵੀ ਕੋਈ ਵਿਚਾਰਾਂ ਸਾਂਝੀਆਂ ਕੀਤੀਆਂ ਜਾਣ। ਗੁਰਮੁਖੋ, 1616 ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਤੋਂ ਰਿਹਾ ਹੋ ਕੇ ਅੰਮ੍ਰਿਤਸਰ ਪਹੁੰਚਦੇ। 1708 ਤੱਕ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਇਹ ਰੱਬੀ ਗੁਰੂ ਜੋਤ ਸਰੀਰਕ ਕਿਰਦਾਰ ਨਿਭਾਉਂਦੀ ਹੈ। 1708 ਵਿੱਚ ਗੁਰੂ ਗੋਬਿੰਦ ਸਿੰਘ ਜੀ ਜੋਤੀ ਜੋਤ ਸਮਾਉਂਦੇ। 1616 ਤੋਂ ਲੈ ਕੇ 1708 ਤੱਕ ਬੰਦੀ ਛੋੜ ਦਿਵਸ ਨਹੀਂ ਸੀ ਮਨਾਇਆ ਗਿਆ। ਸੱਚ ਇਹ ਬਾਅਦ ਵਿੱਚ ਮਨਾਉਣਾ ਸ਼ੁਰੂ ਕੀਤਾ ਹੈ। ਕਿਉਂ? ਕਿਉਂਕਿ ਇਹਦੀ ਖਾਸ ਜ਼ਰੂਰਤ ਸੀ। 2 ਦਿਨ ਮਿਥੇ ਗਏ, ਖਾਲਸੇ ਦਾ ਸਾਜਣਾ ਦਿਵਸ ਤੇ ਇਹ ਬੰਦੀ ਛੋੜ ਦਿਵਸ। ਇਹਨਾਂ ਦੋਨਾਂ ਦੇ ਵਿੱਚ ਕਰੀਬਨ 6 ਮਹੀਨੇ ਦਾ ਫਾਸਲਾ ਵੀ। ਰੁੱਤ ਵੀ ਸੁਹਾਵਣੀ ਹੁੰਦੀ। ਇਹ ਤਾਂ ਮਿੱਥੇ ਗਏ ਕਿ ਇਹਨਾਂ ਦੋਨਾਂ ਦਿਹਾੜਿਆਂ ਨੂੰ ਮੁੱਖ ਰੱਖ ਕੇ ਗੁਰੂ ਨਾਨਕ ਨਾਮ ਲੇਵਾ ਸਿੱਖ ਦੁਨੀਆ ਦੇ ਜਿਸ ਵੀ ਕੋਨੇ ਵਿੱਚ ਰਹਿੰਦਾ ਹੈ, ਉਹ ਸਰਬੱਤ ਖਾਲਸਾ ਦੇ ਰੂਪ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਇਕੱਤਰ ਹੋ। ਉੱਥੇ ਪੰਥਕ ਵਿਚਾਰਾਂ ਹੋਣ, ਉੱਥੇ ਸਿੱਖ ਸਮਾਜ ਦੀਆਂ ਵਿਚਾਰਾਂ ਹੋਣ, ਉੱਥੇ ਸਿੱਖ ਪੰਥ ਦੇ ਆਉਣ ਵਾਲੇ ਪ੍ਰੋਗਰਾਮ ਜਿਹੜੇ ਉਲੀਕੇ ਜਾਣ। ਜਿੱਥੇ ਕਿਤੇ ਵੀ ਆਪਸੀ ਕੋਈ ਮਤ ਭੇਦ ਚੱਲਦਾ ਹੈ, ਉਹਨਾਂ ਮਤ ਭੇਦਾਂ ਨੂੰ ਦੂਰ ਕੀਤਾ ਜਾਵੇ ਤੇ ਬੈਠ ਕੇ ਭਾਈਚਾਰੇ ਦੀ ਸਾਂਝ ਬਣਾਈ ਜਾਵੇ। ਇਹ ਬੰਦੀ ਛੋੜ ਦਿਵਸ ਇਹ ਕੇਵਲ ਮੋਮਬੱਤੀਆਂ ਜਗਾ ਲੀਆਂ ਤੇ ਦੀਵੇ ਜਗਾ ਲਏ, ਇਹਦੇ ਨਾਲ ਸੰਬੰਧ ਨਹੀਂ ਰੱਖਦਾ। ਇਹ ਪੰਥਕ ਸੇਧਾਂ ਦੇ ਵਾਸਤੇ ਦਿਨ ਮੁਕਰਰ ਕੀਤੇ ਗਏ ਸੀ, ਤਾਂ ਕਿ ਸਮਝ ਆ ਜਾਵੇ ਸਾਨੂੰ ਅਸਲ ਦੇ ਵਿੱਚ ਸਿੱਖ ਪੰਥ ਕੀ ਹੈ ਤੇ ਇਹਦੇ ਲਈ ਚੁਣੌਤੀਆਂ ਕੀ ਨੇ। ਦੁਖਾਂਤ ਇਹ ਪੂਰੀ ਦੁਨੀਆ 'ਚ ਵਸਦੇ ਸਿੱਖ ਇਹ ਦਿਨ ਮਨਾਉਂਦੇ ਨੇ, ਪਰੰਤੂ ਪੰਥਕ ਵਿਚਾਰਾਂ ਕਿਸੇ ਥਾਂ ਤੇ ਵੀ ਨਹੀਂ ਜਿੱਤਦੇ। ਮੈਨੂੰ ਹੁਕਮ ਕੀਤਾ ਗਿਆ, ਪ੍ਰਧਾਨ ਸਾਹਿਬ ਜੀ ਕਹਿਣ ਲੱਗੇ ਪੰਥ ਦੀ ਗੱਲ ਕਰਨੀ। ਮੈਂ ਕੋਸ਼ਿਸ਼ ਕਰਾਂਗਾ, ਮੈਂ ਇਸ਼ਾਰਾ ਮਾਤਰ ਆਪ ਜੀਆਂ ਨਾਲ ਵਿਚਾਰਾਂ ਸਾਂਝੀਆਂ ਕਰਾਂਗਾ, ਵਿਸਥਾਰ ਵਿੱਚੋਂ ਆਪੇ ਲੱਭਦੇ ਜਾਣਾ। ਪਿਆਰਿਓ, ਇਹ ਚੁਣੌਤੀਆਂ ਕੇਵਲ 1978 ਤੋਂ ਸ਼ੁਰੂ ਨਹੀਂ ਹੋਈਆਂ। ਇਹਨਾਂ ਚੁਣੌਤੀਆਂ ਨੇ ਉਦੋਂ ਹੀ ਜਨਮ ਲੈ ਲਿਆ ਸੀ ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਜਨੇਊ ਪਹਿਨਣ ਤੋਂ ਇਨਕਾਰ ਕੀਤਾ। ਉਦੋਂ ਤੋਂ ਹੀ ਸਿੱਖ ਪੰਥ ਦੇ ਅੱਗੇ ਚੁਣੌਤੀਆਂ ਸ਼ੁਰੂ ਹੋ ਗਈਆਂ। ਜਨੇਊ ਪਹਿਨਣ ਤੋਂ ਇਨਕਾਰ ਕੀਤਾ, ਉਦੋਂ ਤੋਂ ਹੀ ਸਿੱਖ ਧਰਮ ਨੂੰ ਖਤਮ ਜਾਂ ਸਿੱਖ ਧਰਮ ਨੂੰ ਮਿਰਗੋਬਾ ਕਰਕੇ ਆਪਣੇ ਅੰਦਰ ਜਜ਼ਬ ਕਰਨ ਲਈ, ਆਪਣੇ ਅਧੀਨ ਕਰਨ ਵਾਸਤੇ ਵਿਉਂਤਾਂ ਚੱਲ ਪਈਆਂ। ਉਸ ਲੋਬੀ ਨੇ ਸਭ ਤੋਂ ਪਹਿਲਾਂ ਆਪਣੇ ਦਿਮਾਗ ਤੋਂ ਕੰਮ ਲਿਆ। ਗੁਰੂ ਨਾਨਕ ਸਾਹਿਬ ਜੀ ਨੇ ਜਨੇਊ ਪਹਿਨਣ ਤੋਂ ਇਨਕਾਰ ਕੀਤਾ। ਉਹਨਾਂ ਨੇ ਕਰੀਬਨ 60-70 ਸਾਲ ਦੀ ਅਗਾਂਹ ਦੀ ਸੋਚਣੀ ਸ਼ੁਰੂ ਕਰ ਦਿੱਤੀ। ਕੀ ਉਹਨਾਂ ਨੂੰ ਪਤਾ ਸੀ ਕਿ ਭਾਰਤ ਦੀ ਧਰਤੀ ਤੇ ਇੱਕ ਰਵਾਇਤ ਹੈ, ਜਦੋਂ ਪਿਤਾ ਚੜ੍ਹਾਈ ਕਰਦੇ, ਪਿਤਾ ਦੀ ਸਮੁੱਚੀ ਵਿਰਾਸਤ ਉਹਦੇ ਪੁੱਤਰ ਦੇ ਅਧੀਨ ਹੋ ਜਾਂਦੀ ਹੈ, ਉਹਦੇ ਨਾਂ ਤੇ ਹੁੰਦੀ ਹੈ। ਅੱਜ ਵੀ ਪਿਤਾ ਚੜ੍ਹਾਈ ਕਰਦੇ, ਉਹਦੀ ਪ੍ਰਾਪਰਟੀ ਦਾ ਵਾਰਸ ਉਹਦਾ ਪੁੱਤਰ ਹੁੰਦਾ ਹੈ। ਪਿਤਾ ਦੀ ਥਾਂ ਤੇ ਉਹਦੀ ਗੱਦੀ ਦਾ ਵਾਰਸ ਵੀ ਉਹਦਾ ਪੁੱਤਰ ਹੋਵੇ। ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਵੱਡੇ ਪੁੱਤਰ ਬਾਬਾ ਸ੍ਰੀ ਚੰਦ ਨੂੰ ਉਹਨਾਂ ਨੇ ਆਪਣੇ ਰੰਗ ਦੇ ਵਿੱਚ ਰੱਖਿਆ, ਰੱਜ ਕੇ ਉਹਨੂੰ ਵਿਪਰਵਾਦ ਦੇ ਰੰਗ ਵਿੱਚ ਰੰਗਿਆ। ਇੱਥੋਂ ਤੱਕ ਰੰਗ ਦਿੱਤਾ, ਚੁੱਲ੍ਹੇ ਦੀ ਸਵਾਹ ਸਰੀਰ ਤੇ ਮਲ ਕੇ ਆਪਣਾ ਗੁਰੂ ਨਾਨਕ ਸਾਹਿਬ ਜੀ ਦੀ ਟੱਕਰ ਤੇ ਇੱਕ ਨਵਾਂ ਪੰਥ ਚਲਾ ਕੇ ਬੈਠ ਗਿਆ। ਪਤਾ ਸੀ ਗੁਰੂ ਨਾਨਕ ਸਾਹਿਬ ਤੋਂ ਬਾਅਦ ਇਹਨੇ ਹੀ ਗੱਦੀ ਦਾ ਵਾਰਸ ਬਣਨਾ ਤੇ ਵੱਡਾ ਪੁੱਤਰ ਵੀ ਇਹੀ ਹੈ। ਲਖਮੀ ਚੰਦ ਨੂੰ ਨਹੀਂ ਛੇੜਿਆ,
ਵੱਡਾ ਪੁੱਤਰ ਇਹੀ ਹੈ, ਵਾਰਸ ਇਹਨੇ ਬਣਨਾ ਹੈ। ਧੰਨ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬੜੀ ਪਿਆਰੀ ਇੱਕ ਮਰਿਆਦਾ ਦੂਰ ਅੰਦੇਸ਼ੀ ਵਾਰੀ ਜਿਹੜੀ ਸੀ ਉਹ ਬਖਸ਼ੀ। ਕੀ ਖੂਨ ਦੇ ਰਿਸ਼ਤੇ ਨੂੰ ਤਰਜੀਹ ਨਹੀਂ ਦਿੱਤੀ ਤੇ ਸਤਿਗੁਰੂ ਜੀ ਨੇ ਉਹਨਾਂ ਦੇ ਮਨਸੂਬਿਆਂ ਤੇ ਪਾਣੀ ਫੇਰਿਆ। ਜਿਹੜੀ ਗੁਰਿਆਈ ਸੀ ਉਹ ਸੇਵਕ ਭਾਈ ਲਹਿਣਾ ਜੀ ਨੂੰ ਬਖਸ਼ ਕੇ ਗੁਰੂ ਅੰਗਦ ਸਾਹਿਬ ਜੀ ਬਣਾਇਆ। ਉਹਨਾਂ ਦੀ ਚਾਲ ਫੇਲ ਹੋ ਗਈ। ਉਹਨਾਂ ਨੇ ਗੁਰੂ ਅੰਗਦ ਸਾਹਿਬ ਜੀ ਦੀ ਔਲਾਦ ਨੂੰ ਪ੍ਰੇਰਿਆ। ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੇ ਗੁਰੂ ਅਮਰਦਾਸ ਜੀ ਨੂੰ ਗੁਰਿਆਈ ਦਿੱਤੀ। ਖੂਨ ਦੇ ਰਿਸ਼ਤੇ ਨੂੰ ਫਿਰ ਥਾਣਾ ਉਹ ਟਲੇ ਨਹੀਂ। ਉਹਨਾਂ ਨੇ ਗੁਰੂ ਅਮਰਦਾਸ ਜੀ ਦੇ ਵੱਡੇ ਪੁੱਤਰ ਬਾਬੇ ਮੋਹਨ ਨੂੰ ਫਿਰ ਪ੍ਰੇਰਿਆ। ਬਰਾਬਰ ਨਾਲ ਟੱਕਰ ਤੇ ਚੱਲੀ ਆਈ ਹੈ ਚੁਣੌਤੀ, ਬਰਾਬਰ ਪ੍ਰੇਰਿਆ। ਉਹ ਭਾਈ ਮੋਹਨ ਜਿਨੇ ਜੀਵਨ ਭਰ ਗੁਰੂ ਅਮਰਦਾਸ ਜੀ ਦੇ ਹਰ ਸਿਧਾਂਤ ਦੀ ਵਿਰੋਧਤਾ ਕੀਤੀ, ਉਹਨੂੰ ਪੂਰਾ ਸਾਥ ਦਿੱਤਾ ਗਿਆ। ਪਤਾ ਸੀ ਗੁਰੂ ਅਮਰਦਾਸ ਜੀ ਤੋਂ ਬਾਅਦ ਗੁਰਤਾ ਗੱਦੀ ਤੇ ਇਹ ਬੈਠੇਗਾ, ਅਗਰ ਨਹੀਂ ਬਹਿਣ ਦਿੱਤਾ ਜਾਵੇਗਾ ਤੇ ਕੋਸ਼ਿਸ਼ ਕਰਾਂਗੇ ਸਰਕਾਰੀ ਦਬਾਅ ਦੇ ਅਧੀਨ ਬਿਠਾ ਦੀ, ਪਰ ਕਾਮਯਾਬ ਨਹੀਂ ਹੋਈ। ਗੁਰਤਾ ਗੱਦੀ ਧੰਨ ਧੰਨ ਗੁਰੂ ਰਾਮਦਾਸ ਜੀ ਨੂੰ ਸੌਂਪੀ। ਜਦੋਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਕੋਲ ਗੁਰਿਆਈ ਆਈ, ਚੰਦੂ ਵਰਗਿਆਂ ਨੇ ਅੱਡੀ ਚੋਟੀ ਦਾ ਜ਼ੋਰ ਲਾਇਆ ਤੇ ਪ੍ਰਿਥੀ ਚੰਦ ਨੂੰ ਟੱਕਰ ਤੇ ਲਿਆ ਕੇ ਫਿਰ ਖੜਾ ਕਰ ਦਿੱਤਾ। ਪ੍ਰਿਥੀ ਚੰਦ ਧੰਨ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਗੁਰਤਾ ਗੱਦੀ ਗੁਰੂ ਅਰਜਨ ਸਾਹਿਬ ਜੀ ਨੂੰ ਦੇ ਦਿੱਤੀ। ਹੁਣ ਦੇਖਿਆ ਕਿ ਆਈ ਤੇ ਪੁੱਤਰ ਦੇ ਕੋਲ ਹੀ ਹੈ, ਪਰ ਵੱਡੇ ਨੂੰ ਨਹੀਂ, ਗੁਰੂ ਅਰਜਨ ਸਾਹਿਬ ਜੀ ਨੂੰ ਦਿੱਤੀ ਹੈ, ਸੌਂਪੀ ਹੈ ਗੁਰਿਆਈ। ਧੰਨ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਦੋ ਬੜੀਆਂ ਅਹਿਮ ਦਾਤਾਂ ਬਖਸ਼ੀਆਂ। ਸਿੱਖ ਪੰਥ ਦਾ ਧੁਰਾ ਸ੍ਰੀ ਦਰਬਾਰ ਸਾਹਿਬ ਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ। ਚੁਣੌਤੀ ਖਤਮ ਨਾ ਹੋਈ। ਪ੍ਰਿਥੀ ਚੰਦ ਦੇ ਕੋਲੋਂ ਸ੍ਰੀ ਦਰਬਾਰ ਸਾਹਿਬ ਦੀ ਟੱਕਰ ਤੇ ਨਵਾਂ ਦਰਬਾਰ ਸਾਹਿਬ ਬਣਵਾਇਆ ਗਿਆ ਢੇਹਰ ਪਿੰਡ ਦੇ ਵਿੱਚ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਰੱਬੀ ਬਾਣੀ ਦੇ ਬਰਾਬਰ ਤੁਲ ਪ੍ਰਿਥੀ ਚੰਦ ਦੇ ਕੋਲੋਂ ਕਵੀਸ਼ਰੀ ਦੀਆਂ ਗੱਲਾਂ ਕਵਿਤਾਵਾਂ ਲਿਖਾਈਆਂ ਗਈਆਂ। ਉਹਨਾਂ ਦੇ ਵਿੱਚ ਨਾਨਕ ਪਦ ਵਰਤਿਆ ਗਿਆ। ਗੁਰਬਾਣੀ ਗੁਰੂ ਗ੍ਰੰਥ ਸਾਹਿਬ ਦੀ ਟੱਕਰ ਤੇ ਇੱਕ ਨਵਾਂ ਹੋਰ ਸ਼ਰੀਕ ਪੈਦਾ ਕਰੀ। ਹਰ ਸਮੇਂ ਤੋਂ ਚੁਣੌਤੀ ਖੜੀ ਆਈ ਸਾਹਮਣੇ। ਤੁਸੀਂ ਕਦੀ ਗੌਰ ਕੀਤਾ? ਬੜੇ ਬੜੇ ਸੂਝਵਾਨ ਸਾਰੇ ਵਿਦਵਾਨ ਸੱਜਣ ਨੂੰ ਪੜ੍ਹਨ ਸੁਣਨ ਵਾਲੇ ਬੈਠੇ ਹੋ, ਸਤਿਕਾਰਯੋਗ ਗੁਰੂ ਘਰ ਦੇ ਕੀਰਤਨੀਏ ਗ੍ਰੰਥੀ ਸਿੰਘ ਵੀ ਬੈਠੇ ਨੇ। ਜਦੋਂ ਆਪਾਂ ਪ੍ਰਸ਼ਾਦਾ ਛਕਦੇ ਹਾਂ, ਪ੍ਰਸ਼ਾਦਾ ਛਕਣ ਤੋਂ ਬਾਅਦ ਸ਼ੁਕਰਾਨੇ ਦੀ ਅਰਦਾਸ ਕਰਦੇ ਹਾਂ। ਤੁਸੀਂ ਸੁਣੀ ਹੋਵੇਗੀ। ਆਪਾਂ ਕਹਿੰਦੇ ਆ ਸਤੀ ਦਏ ਸੰਤੋਖੀ ਖਾਏ, ਕਹੋ ਨਾਨਕ ਦਰਦੀ ਦਰ ਸਮਾਏ। ਅਕਸਰ ਤੁਸੀਂ ਪੜਿਆ ਸੁਣਿਆ ਹੋਵੇਗਾ। ਵੱਡੇ ਵੱਡੇ ਬ੍ਰਹਮ ਗਿਆਨੀ ਅਖਵਾਉਣ ਵਾਲੇ ਬਾਕਾਇਦਾ ਇਸ ਨੂੰ ਪੜ੍ਹਦੇ। ਕਦੀ ਸੋਚਿਆ ਪੰਕਤੀਆਂ ਕਿਹੜੀਆਂ ਨੇ? ਇਹ ਪੰਕਤੀਆਂ ਕਿੱਥੋਂ ਆਈਆਂ ਨੇ? ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਹੀਂ ਹੈ। ਜੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਹੀਂ ਹੈ ਤੇ ਕਹੋ ਨਾਨਕ ਸ਼ਬਦ ਇਹਦੇ ਵਿੱਚ ਕਿਉਂ ਐਡ ਹੋਇਆ? ਸੋਚਣਾ ਪਵੇਗਾ। ਕਹੋ ਨਾਨਕ ਪਦ ਕੇਵਲ ਤੇ ਕੇਵਲ ਗੁਰੂ ਨਾਨਕ ਜੋਤ ਵਰਤ ਸਕਦੀ ਹੈ। ਗੁਰੂ ਨਾਨਕ ਜੋਤ ਤੋਂ ਬਗੈਰ ਕਿਸੇ ਹੋਰ ਨੂੰ ਅਧਿਕਾਰ ਨਹੀਂ ਹੈ। ਇਸ ਰੱਬੀ ਬਾਣੀ ਵਿੱਚ ਭਗਤਾਂ ਦੀ ਵੀ ਬਾਣੀ ਹੈ, ਭੱਟ ਸਾਹਿਬਾਂ ਦੀ ਬਾਣੀ, ਗੁਰਸਿੱਖ ਸਾਹਿਬਾਨਾਂ ਦੀ ਬਾਣੀ ਹੈ। ਕਹੋ ਨਾਨਕ ਪਦ ਕਿਸੇ ਨੇ ਨਹੀਂ ਵਰਤਿਆ ਸਿਵਾਏ ਗੁਰੂ ਜੋਤ ਤੋਂ। ਤੁਸੀਂ ਅਕਸਰ ਪੜਿਆ ਸੁਣਿਆ ਹੋਵੇਗਾ, ਕਹੋ ਨਾਨਕ ਦਰਦੀ ਦਰ ਸਮਾਏ। ਇਹ ਉਹ ਸਾਰੀਆਂ ਲਿਖਤਾਂ ਨੇ ਜਿਹੜੀਆਂ ਪ੍ਰਿਥੀ ਚੰਦ ਦੇ ਵਰਗਿਆਂ ਕੋਲੋਂ ਲਿਖਵਾਈਆਂ ਗਈਆਂ। ਉਹਨਾਂ ਵਿੱਚ ਨਾਨਕ ਪਦ ਵਰਤਿਆ ਗਿਆ। ਕਿਉਂ? ਚੁਣੌਤੀ ਖੜੀ ਕਰ ਦਿੱਤੀ ਜਾਵੇ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ। ਧੰਨ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਤੋਂ ਬਾਅਦ ਗੁਰਿਆਈ ਆਈ ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਕੋਲ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਸਾਰਾ ਇਤਿਹਾਸ ਵਾਚਿਆ, ਦੇਖਿਆ ਕਿਸ ਤਰੀਕੇ ਦੇ ਨਾਲ ਚੁਣੌਤੀਆਂ ਸਾਹਮਣੇ ਆਈਆਂ, ਕਿਸ ਤਰੀਕੇ ਦੇ ਨਾਲ ਸਿੱਖ ਧਰਮ ਨੂੰ ਖਤਮ ਕਰਨ ਦੇ ਲਈ ਵਿਉਂਤਾਂ ਘੜੀਆਂ ਜਾਂਦੀਆਂ ਰਹੀਆਂ।
किस तरीके दे नाल ना इंसाफी करदिया होया तत्तियां तवियां ते गुरु अर्जन साहब जी नूं बिठाया गया, उबलदियां देगां च उबालिया गया, ठंडे पानी रावी दे ठंडे पानी विच डोब के गुरु अर्जन साहब जी नूं शहीद किया गया, डोब के शहीद किया गया। धन धन गुरु हरगोबिंद साहब सच्चे पातशाह जी ने फिर सिख राज, आजाद सिख राज की नींह रखी। मेरे पिछे भी बोर्ड लगा हुआ, इत्थे पढ़िया होगा तुसीं, आजाद सिख राज का ਉਹਦੀ नींह रखी। ਉਹਦੀ नींह की रखी? झंडा निशान साहब, आजाद देश का अपना झंडा होता है। खालसा निशान साहब, आजाद देश की अपनी जुडिशरी होंदी है जिथे फैसले किए जाते हैं, जिन्होंने न्यायपालिका कहते हैं, श्री अकाल तख्त साहब। समय की हुकूमत के कोलों बर्दाश्त नहीं होया, ये सिख अपने वखरे राज का झंडा भी लहराउण लग पे, ये सिख अपने वखरे राज का निशान साहब चढ़ाउण लग पे। ये आजादी का प्रतीक है। तुसीं पंजाब की धरती नाल बिलोंग करदे हो, मैं दोपहरे भी बेनती की सी, तुसीं पंजाब दे विच एक संप्रदा देखी होवेगी, निहंग सिंह संप्रदा। उन्हां निहंग सिंह संप्रदावां दे विचों कुछ निहंग सिंह विशेष रूप वाले हुंदे ने जिहड़े तुसां देखे होणगे। ਉਹ ਨਿਹੰਗ ਸਿੰਘ ਜਿਨ੍ਹਾਂ ਦੇ ਸਿਰ ਤੇ ਦਸਤਾਰ ਬੜੀ ਉੱਚੀ ਹੁੰਦੀ ਹੈ ਤੇ ਦਸਤਾਰ ਦੇ ਵਿੱਚ ਦੀ ਉਹਨਾਂ ਨੇ ਇੱਕ ਲੜ ਖੁੱਲਾ ਛੱਡਿਆ ਹੁੰਦਾ ਹੈ, ਜਿਹਨੂੰ ਫਰਲਾ ਕਹਿੰਦੇ ਨੇ। ਕਿਤੇ ਅਕਾਲੀ ਫੂਲਾ ਸਿੰਘ ਜੀ ਦੀ ਤਸਵੀਰ ਅਜਾਇਬ ਘਰਾਂ 'ਚ ਦੇਖਣ ਨੂੰ ਮਿਲੇ, ਗੌਰ ਨਾਲ ਦੇਖਣਾ, ਉਹਨਾਂ ਦੇ ਸਿਰ ਤੇ ਵੀ ਉਹ ਫਰਲਾ ਹੈ। ਉਹ ਫਰਲੇ ਦਾ ਮਤਲਬ ਕੀ ਸੀ? ਸਿਰ ਤੇ ਦਸਤਾਰ ਬੰਨ ਕੇ ਉੱਪਰੋਂ ਲੜ ਖੁੱਲਾ ਕਿਉਂ ਛੱਡਿਆ ਸੀ? ਉਹਦੇ ਪਿੱਛੇ ਇੱਕ ਬੜਾ ਪਿਆਰਾ ਸਿਧਾਂਤ ਸੀ। ਔਰੰਗਜ਼ੇਬ ਦਾ ਦੀ एक कोशिश सी सिख धर्म के निशान साहब खत्म किए जान। गुरु गोबिंद सिंह सच्चे पातशाह जी ने सिद्धांत दिता सी, औरंगजेब तू निशान साहब खत्म करने की गल करता है, मेरे कल्ले कल्ले सिख के सिर ते निशान साहब झुलणगे। ये आजाद ने, आजादी का प्रतीक है। खालसा राज की गल मैं अपने विषय वाला सतगुरु कृपा करन। धन धन गुरु हरगोबिंद साहब सच्चे पातशाह जी नूं जहांगीर बादशाह ते चंदू ने पूरी प्लैनिंग दे नाल ग्वालियर किले दे विच भेजिया, कैद किया ताकि इत्थों जिउंदियां इन्हां नूं वापस ना आउण दित्ता जावे। उत्थे मारन की कोशिश भी की, जहरीली पोशाक भेजी गई। खैर ये बंदी छोड़ दिवस का इतिहास है, जिस दिन गुरु हरगोबिंद साहब जी ग्वालियर के किले चों बाहर आए, नाल 52 कैदी रिहा किए। जिथे बंदी छोड़ दिवस है ना, गुरमुखों मैं बेनती करा उत्थे नाल नाल नवंबर 1984 का जिहड़ा साडा वो भी वरतदा है। तुसीं कदी सोचिया अज चुनौतियां की खत्म हो गई? आप जी नूं पता है कि नानकशाही कैलेंडर रद्द क्यों किया गया, क्यों उहदे विच बदलाव किया गया? पता है, बड़ी तकड़ी प्लैनिंग सी, ਜਿਹੜੀ प्लैन अज के दिन नाल भी जुड़ गई है। असीं सिखां नूं कहने कि नवंबर 1984 भुल जाओ, सिख भुल्लण नूं तैयार ने। सिख ते लखां की तादाद विच साइन कर करके केस करने लई तुले होए ने। असीं कहने नवंबर 1984 भुल जाओ, साडे कहते ते सिखां ने भुलना नहीं। नानकशाही कैलेंडर नूं रद्द कर दिओ, इन्हां दे गुरपुरबां दियां तरीकां इहो जिहे एक दूजे नाल जोड़ दिओ, सिख सोचण लई मजबूर हो जाण किहड़ा दिहाड़ा मनाईए ते किहड़ा छड्डीए। जे बंदी छोड़ दिवस मनाउणगे, दिवाली दीयां खुशियां मनाउणगे, नवंबर 1984 भुल जाणगे। अपने प्लैनिंग सी एक, कामयाब हो गए। जिस पंजाब की धरती ते काम होया, नजायज बच्चे पकड़ पकड़ के जिथे मारे गए को के, उस पंजाब की धरती ते अज दे दिन अष्टबाजियां चलाइयां जाण, उत्थे दीवे जगाए जाण, उत्थे मठियाइयां वंडियां जाण, उत्थे लोग शराबां पीण, उत्थे नंगे नाच होण, मस्त हो जाण लोग दिवाली मनाउंदे होए, भुल जाण अपने पुरखियां नूं, भुल जाण उन्हां बच्चियां दे किते उस इतिहास नूं
ਜਿਨ੍ਹਾਂ ਦੇ ਤਣਾ ਦੇ ਉੱਤੇ ਇੰਨੇ ਨੇ ਕਹਿਰ ਢਾਏ ਗਏ ਨੇ, ਇਨਸਾਨੀਅਤ ਵੀ ਸ਼ਰਮਿੰਦਾ ਹੋ ਜਾਂਦੀ ਹੈ ਜਿੱਥੇ ਜਾ ਕੇ। ਇਹ ਦਿਨ ਭੁਲਾਉਣ ਲਈ ਬੜੇ ਦੁੱਖ ਨਾਲ ਕਹਿਣਾ ਪਵੇਗਾ, ਅਸੀਂ ਲੋਕਾਂ ਨੇ ਇਸ ਚੁਣੌਤੀ ਦੇ ਵਿੱਚ ਹਾਰ ਖਾਧੀ ਹੈ। ਹਾਰ ਖਾਧੀ। ਗੁਰਮੁਖੋ, ਮੈਨੂੰ ਕਿਹਾ ਜਾਂਦਾ ਹੈ 1984 ਦੇ ਬਾਰੇ ਭਾਈ ਸਾਹਿਬ ਦੱਸੋ ਕੁਝ ਹੋਰ। ਮੈਂ ਜ਼ਿਆਦਾ ਬੋਲ ਨਹੀਂ ਪਾਵਾਂਗਾ। 3 ਸਾਲ ਪਹਿਲਾਂ ਗਵਾਲੀਅਰ ਦੇ ਇਲਾਕੇ ਵਿੱਚ ਮੈਂ ਪ੍ਰਚਾਰ ਹਿੱਤ ਗਿਆ ਸੀ। ਗਵਾਲੀਅਰ ਤੋਂ 11-12 ਕਿਲੋਮੀਟਰ ਦੀ ਦੂਰੀ ਤੇ 6-7 ਪਿੰਡ ਠਾਕਰਾਂ ਦੇ ਉਧਰ ਦੀ ਲੰਘ ਰਹੇ ਸਨ। ਗੱਡੀ ਖਰਾਬ ਹੋ ਗਈ। ਰਾਤ ਦਾ ਵਕਤ ਸੀ। ਮਿਸਤਰੀ ਦਾ ਪਤਾ ਲੱਗਾ ਜੀ ਇਸ ਘਰ ਵਿੱਚ ਇੱਕ 16-17 ਸਾਲ ਦਾ ਬੱਚਾ ਹੈ, ਉਹ ਮਿਸਤਰੀਆਂ ਨਾਲ ਕੰਮ ਕਰਦਾ, ਸਿੱਖਦਾ। ਉਸ ਬੱਚੇ ਨੂੰ ਉਠਾਇਆ, ਉਹਨੂੰ ਆਪਣੀ ਗੱਡੀ ਦੀ ਕੰਡੀਸ਼ਨ ਦੱਸੀ। ਉਹ ਬੱਚਾ ਜਦੋਂ ਸਾਡੇ ਨਾਲ ਗੱਲ ਕਰੇ ਨਾ ਤੇ ਉਹਦੀ ਬੋਲੀ ਦੀ ਸਾਨੂੰ ਪੂਰੀ ਸਮਝ ਨਾ ਆਵੇ, ਕਿਉਂਕਿ ਭਾਸ਼ਾ ਦਾ ਫਰਕ ਹੈ। ਜਦੋਂ ਸਮਝ ਨਾ ਆਵੇ ਤੇ ਅਸੀਂ ਇੱਕ ਦੂਜੇ ਦੇ ਮੂੰਹ ਵੱਲ ਦੇਖੀਏ ਵੀ ਕੀ ਕਹਿ ਰਿਹਾ ਭਲਾ। ਉਸ ਬੱਚੇ ਦੀ ਮਾਂ ਉਹ ਆਈ, ਜੋ ਬੱਚਾ ਕਹੇ ਤੇ ਉਹ ਮਾਂ ਜਿਹੜੀ ਸੀ ਪੰਜਾਬੀ ਵਿੱਚ ਸਾਨੂੰ ਸਮਝਾਉਣ ਲੱਗ ਪਈ। ਮੈਂ ਹੈਰਾਨ ਹੋ ਗਿਆ, ਇਸ ਇਲਾਕੇ 'ਚ ਕਿਤੇ ਕੋਈ ਸਿੱਖ ਨਹੀਂ ਦਿਖਾਈ ਦਿੰਦਾ, ਇੱਥੇ ਕੋਈ ਸਿੱਖਾਂ ਦਾ ਘਰ ਨਹੀਂ ਦਿਖਾਈ ਦਿੰਦਾ। ਇਹ ਭੈਣ 50-55 ਸਾਲ ਦੀ ਇਹਦੀ ਉਮਰ ਹੈ, ਪੰਜਾਬੀ ਕਿੱਡੀ ਸੋਹਣੀ ਬੋਲਦੀ ਹੈ। ਮੈਂ ਪੁੱਛ ਲਿਆ, ਮੈਂ ਭੈਣੇ ਜਿੱਥੋਂ ਤੱਕ ਮੈਂ ਦੇਖਿਆ ਹੈ ਇੱਥੇ ਲਾਗੇ ਬਣੇ ਮੈਨੂੰ ਕੋਈ ਸਿੱਖਾਂ ਦਾ ਘਰ ਦਿਖਾਈ ਨਹੀਂ ਦਿੱਤਾ। ਸਿੱਖਾਂ ਦਾ ਘਰ ਹੁੰਦਾ ਕੋਈ ਗੁਰਦੁਆਰਾ ਹੁੰਦਾ, ਕੋਈ ਪਾਕ ਵਾਲਾ ਮੈਨੂੰ ਸਿੱਖ ਦਿਖਾਈ ਨਹੀਂ ਦਿੱਤਾ। ਭੈਣੇ ਤੂੰ ਤੇ ਪੰਜਾਬੀ ਬੜੀ ਸੋਹਣੀ ਬੋਲਦੀ ਹੈ, ਕਿ ਤੁਸੀਂ ਪਹਿਲਾਂ ਪੰਜਾਬ 'ਚ ਰਹਿੰਦੇ ਹੁੰਦੇ ਸੀ? ਗੁਰਮੁਖੋ, ਜਿਹੜੀ ਉਸ ਭੈਣ ਨੇ ਮੈਨੂੰ ਸੱਚੀ ਹਕੀਕਤ ਦੱਸੀ, ਮੇਰੇ ਪੈਰਾਂ ਥੱਲੇ ਜ਼ਮੀਨ ਨਿਕਲ ਗਈ। ਕਹਿਣ ਲੱਗੀ, ਵੀਰਾ ਮੈਂ ਵੀ ਤੇਰੀ ਭੈਣ ਆ, ਮੈਂ ਕੱਲੀ ਨਹੀਂ, ਇਹਨਾਂ 6-7 ਪਿੰਡਾਂ ਦੇ ਵਿੱਚ ਸੈਂਕੜੇ ਤੇਰੀਆਂ ਮੇਰੇ ਵਰਗੀਆਂ ਭੈਣਾਂ ਮਿਲਦੀਆਂ। ਮੈਂ ਭੈਣੇ ਤੁਸੀਂ ਇੱਥੇ ਕਿਉਂ ਗਏ? ਕਹਿਣ ਲੱਗੀ, ਜਦੋਂ ਪਤਾ ਲੱਗਿਆ 31 ਅਕਤੂਬਰ ਨੂੰ ਕਿ PM ਨੂੰ ਮਾਰ ਦਿੱਤਾ ਹੈ, 1 ਨਵੰਬਰ ਨੂੰ ਕਤਲੇਆਮ ਸ਼ੁਰੂ ਹੋ ਗਈ ਹੈ, ਅਸੀਂ ਹਜੂਰ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਹਜ਼ਾਰਾਂ ਦੀ ਤਾਦਾਦ ਵਿੱਚ ਸੰਗਤਾਂ ਆਈਆਂ ਹੋਈਆਂ ਸੀ। ਆਪਣੇ ਮਾਂ ਪਿਓ ਦੇ ਨਾਲ ਅਸੀਂ ਵੀ ਆਈਆਂ ਹੋਈਆਂ ਸੀ। ਵਿਚਾਰਾਂ ਕੀਤੀਆਂ ਛੇਤੀ ਵਾਪਸ ਆਪਣੇ ਘਰਾਂ ਨੂੰ ਜਾਈਏ, ਪੰਜਾਬ ਪਹੁੰਚ ਜਾਈਏ, ਪਤਾ ਨਹੀਂ ਇੱਥੇ ਕੀ ਕੁਝ ਹੋਵੇਗਾ। ਪੂਰੀ ਟ੍ਰੇਨ ਉਹ ਟ੍ਰੇਨ ਜਿਹੜੀ ਸੀ ਉਸ ਤਰੀਕ ਵਾਲੀ, ਪੂਰੀ ਟ੍ਰੇਨ ਹਜੂਰ ਸਾਹਿਬ ਦੇ ਦਰਸ਼ਨ ਕਰਨ ਗਈ ਹੋਈ ਸੰਗਤਾਂ ਦੇ ਨਾਲ ਭਰੀ ਹੋਈ ਸੀ। ਕਹਿਣ ਲੱਗੀ, ਵੀਰਾ ਇਹਨਾਂ ਪਿੰਡਾਂ ਦੇ ਵਿਚਕਾਰ ਲਿਆ ਕੇ ਟ੍ਰੇਨ ਖੜੀ ਕੀਤੀ ਗਈ। ਟ੍ਰੇਨ ਦੇ ਵਿੱਚੋਂ ਸਾਡੇ ਮਾਂ ਪਿਓ ਤੇ ਭਰਾਵਾਂ ਨੂੰ ਬਾਹਰ ਕੱਢ ਕੇ ਦਾਤਰਾਂ ਨਾਲ, ਟਕੂਏ ਦੇ ਨਾਲ, ਕਿਹੜੇ ਹਥਿਆਰ ਤੁਹਾਨੂੰ ਦੱਸੇ ਜਿਨ੍ਹਾਂ ਨਾਲ ਵੱਢਿਆ ਗਿਆ ਸਾਡੀਆਂ ਅੱਖਾਂ ਦੇ ਸਾਹਮਣੇ। ਸੈਂਕੜੇ ਮੇਰੇ ਵਰਗੀਆਂ ਹੋਰ ਵੀ ਮੇਰੀਆਂ ਭੈਣਾਂ ਸੀ ਜਿਨ੍ਹਾਂ ਨੂੰ ਜ਼ਬਰਦਸਤੀ ਆਪਣੇ ਘਰਾਂ ਦੇ ਵਿੱਚ ਬਿਠਾਇਆ ਹੈ। ਆ ਜਿਹੜਾ ਬੱਚਾ ਤੁਹਾਡੀ ਗੱਡੀ ਠੀਕ ਕਰਦਾ ਪਿਆ ਮੇਰਾ ਬੱਚਾ ਹੈ। ਸੱਤ ਕਰਕੇ ਝਾੜੂ ਮੇਰਾ ਅੰਦਰ ਕੰਬ ਗਿਆ। ਉਹ ਅਸੀਂ ਉਹ 30 ਹਜ਼ਾਰ ਦੀਆਂ ਸੱਕਾਂ ਛਡਾਉਣ ਵਾਲੇ ਇਤਿਹਾਸ ਦੇ ਵਾਰਸ, ਆ ਕੀ ਹੋਇਆ ਪਿਆ? ਉਹ ਕਹਿਣ ਲੱਗੇ, ਭਾਈ ਸਾਹਿਬ ਸਾਨੂੰ ਕੋਈ ਪੁੱਛ ਕੇ ਦੇਖੇ, ਅੱਜ 24-25 ਸਾਲ ਹੋ ਗਏ ਨੇ ਸਾਨੂੰ, ਕਿਵੇਂ ਰੋਜ਼ ਮਰਦੀਆਂ ਵਾ, ਕਿਵੇਂ ਰੋਜ਼ ਜਿਉਂਦੀਆਂ ਢੀਠ ਹੋ ਕੇ ਜੀਵਨ ਭੋਗ ਰਹੀਆਂ ਵਾ। ਇਹ ਅਸੀਂ ਜਾਣਦੇ ਹਾਂ ਸਾਡੇ ਨਾਲ ਕੀ ਕੁਛ ਬੀਤਿਆ। ਮੈਂ ਦੰਗ ਰਹਿ ਗਿਆ। ਗੁਰੂ ਕਿਰਪਾ ਕਰੇ, ਸਮੇਂ ਦੀਆਂ ਸਰਕਾਰਾਂ ਚਾਹੁੰਦੀਆਂ ਸੀ ਆ ਭੁੱਲ ਜਾਣ ਸਿੱਖ ਭੁੱਲ ਜਾਣ, ਇਹ ਦਿਨ ਭੁੱਲ ਜਾਣ, ਇਹਨਾਂ ਦਿਨਾਂ ਨੂੰ ਕਿਸੇ ਹੋਰ ਰੂਪ ਦੇ ਵਿੱਚ ਖੁਸ਼ੀਆਂ 'ਚ ਮਨਾਉਣੇ। ਗੁਰੂ ਕਿਰਪਾ ਕਰੇ, ਉੱਤਰਾਖੰਡ ਸਟੇਟ ਹੈ ਜਿਹੜੀ ਯੂਪੀ ਤੋਂ ਵੱਖ ਹੋਈ, ਉਸ ਸਟੇਟ ਦੇ ਵਿੱਚ ਬਾਗੇਸ਼ਵਰ ਨਾਂ ਦਾ ਇੱਕ ਸ਼ਹਿਰ ਹੈ ਜਿਹੜਾ ਜ਼ਿਲ੍ਹਾ ਵੀ ਹੈ। ਤੇ ਜਦੋਂ ਉੱਤਰਾਖੰਡ ਦੇ ਗਵਰਨਰ ਸਰਦਾਰ ਸੁਰਜੀਤ ਸਿੰਘ ਬਰਨਾਲਾ ਬਣਿਆ ਸੀ ਨਾ, ਬਾਗੇਸ਼ਵਰ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਇੱਕ ਪਵਿੱਤਰ ਸਥਾਨ ਹੈ, ਗੁਰਦੁਆਰਾ ਥੜਾ ਸਾਹਿਬ।
इत्थों दे राजे दे घर औलाद नहीं सी। इत्थों दा राजा जिहड़ा सी इहनूं कहा गया सी तू नर बलि दिया कर, आदमियां दी बलि दे, तेरे घर औलाद होगी। एक अंधविश्वासी देश है भारत, उत्थे नर बलि दित्ती जाती सी। नर संहार नूं रोकण वास्ते उत्थों दे लोकां नूं बचाउण दे लई धन धन गुरु नानक साहिब सच्चे पातशाह उत्थे गए, उन्होंने वरजिया उत्थों के लोगों को बचाने लई। 1984 में गुरुद्वारा साहब अगन भेंट कर दिता गया। गवर्नर सिंह सुरजीत सिंह जी बरनाला पहुंच की गई, गुरु नानक साहब जी का पवित्र स्थान है, इन्हें दोबारा नवे सिरे सिरजिया जाए, कामयाब भी हो गए। उन्होंने दिनों से मैं गुरुद्वारा नानक मता साहब से, गुरुद्वारा नानक मता साहब भी उत्तराखंड च पैंदा। एक हफ्ते वास्ते मेरी ड्यूटी लग गई कि बगेश्वर तुसीं जाके नाले गुरुद्वारा साहब की बिल्डिंग तैयार करवाउणी ते नाले उत्थे तुसीं रह के ते सिੱਖੀ ਦਾ प्रचार करना है। गुरु नानक साहब सच्चे पातशाह जी का उत्थे स्थान, उत्थे पहुंचे मैं सुबह शाम जो कथा करनी ना, उत्थों के कुछ रहन वाले लोग सुनन आउंदे रहे। जदों उत्थों के रहन वाले लोग सुनन आउंदे रहे ना, मेरे ख्याल में 3 दिन होए, एक मेरी प्यारी भैन आई, कह लगी वीरा जे तेरे कपड़े धोने वाले ने तुहाडे कोल कि इत्थे कोई वॉशिंग मशीन पई है, मैनू दे दे, मैं धो के ते प्रेस करके तुहानूं लिया के जां किसी बच्चे दे हत्थ भेज देंगे। उन्हें पंजाबी च गल की, साड़ी उन्हें लाई कोई। मैं कहा भैने तू पंजाब दी रहन वाली है, पंजाब दी वसन वाली है? कह लगी नहीं, मैं दिल्ली की रहने वाली। मैं दिल्ली दे विच इत्थों तक मैनूं अंदाजा है सरकारी स्कूल या प्राइवेट स्कूलों के दिल्ली कमेटी के स्कूलों में छड्ड के पंजाबी नहीं पढ़ाई जाती। तू तो बड़ी सोहनी पंजाबी बोलदी है। कह लगी वीरा मैं भी गुरसिखां दी धी पंजाबी हाँ। मैं कहा भैणे फिर इत्थे किवें? कह लगी मैनूं होरनां दा ते पता नहीं, मैनू इन्ना पता इस पहाड़ी इलाके में कई पिंड ऐसे ने जिथे मेरे वर्गिया बदनसीब तेरियां बहुत सारिया सैकड़े भैन रह रही हैं। मैं क्या भैणे ते पहुंचिया किवें, की गल की घटना वापरी? कह लगी जो 1984 में सिखां की कतलेआम शुरू हुई सी ना, मेरे वर्गिया होर भी तुहाडियां भैणां जिहड़ियां सिख बच्चियां सी, उन्हां नूं इत्थों दे पहाड़ियां ने जाके उन्हां दे परिवारां नूं मारिया ते उन्हां दीयां बच्चियां नूं अगवा करके लिया के अपने घर च वसाया। मैं सिखां दी बच्ची। कहने लगी वीरा मैनू किसी के सामने ना किसी सत श्री अकाल भी बुला पवी, मेरे पति ने मैनू मारना है। कहंदी असीं इहो जी जिंदगी बशर कीती दस नहीं सकदियां। जदों लिआंदा गया गुरु साहिबानां दी तस्वीरां दे उत्ते साडे कोल जुत्तियां मरवाईयां जांदियां सी, सानू बीड़ियां पीण लई मजबूर किया जाता सी, सानू कहा जाता सी सिख पंथ नूं गालां कड्डो। वीरा असीं जाणदियां सी किहड़े तरीके नाल इन्हां पहाड़ां दे विच रह रहीआं। क्यों? क्योंकि ना असीं वापस जा सकदियां वा, ना इत्थे वसण दे लायक हां, किहड़े पासे जाइए? गुरु कृपा करे मेरा दिल जानदा जदों उन्हां भैणां दीयां मैं गल्लां सुणीआं, मेरे दिल ते की बीती। सैकड़े बच्चियां सिख किते इन्हां गल्लां तो जाणू ना हो जाण, सिख किते इहो जे अपने उत्ते होए जुर्मां दे इतिहास नूं याद ना रखण, भुल जाण। कोशिश की गई कि नामशाही कैलेंडर चेंज कर दिओ, इन्हां दीयां तरीकां ही एक दूजे नाल इहो जिहियां मिला के रख दिओ, सिख जिहड़े ने दुफाड़ हो के बह जाण। ये कोई अक कथ नहीं मैं कह रहा, हवा च गल नहीं कह रहा। जनरल बराड़ की एक किताब है जिहड़ी 1984 जून के बारे लिखी है, जिहड़ी नवीं आई, ਉਹਦੇ ਵਿੱਚ ਉਹਨੇ ਬਾਕਾਇਦਾ ਨਾਂ ਲਿਖੇ ਨੇ ਬੰਦਿਆਂ ਦੇ ਕਿ ਬੈਠ ਕੇ ਮੀਟਿੰਗ ਕੀਤੀ ਗਈ ਸੀ ਇਹਨਾਂ ਸਿੱਖਾਂ ਦੇ ਵਿੱਚ ਕਿਹੜੀ ਇਹੋ ਜਿਹੀ ਚੀਜ਼ ਪਾਈ ਜਾਵੇ ਸਿੱਖ ਆਪਸ ਵਿੱਚ ਹੀ ਲੜ ਕੇ ਮਰਨ। ਉਹਦੇ ਵਿੱਚ ਬਾਕਾਇਦਾ ਗ੍ਰੰਥਾਂ ਦਾ ਨਾਂ ਲਿਖਿਆ ਜਿਹੜੇ ਗ੍ਰੰਥਾਂ ਦੇ ਨਾਲ ਅਸੀਂ ਬਵਾਲ ਖੜਾ ਕਰਨਾ। ਗੁਰੂ ਕਿਰਪਾ ਕਰੇ। ਖੈਰ ਮੈਂ ਇਸ਼ਾਰਾ ਮਾਤਰ ਦੇ ਰਿਹਾ, ਪੜ੍ਹਿਓ ਜ਼ਰੂਰ, ਤੁਹਾਨੂੰ ਪਤਾ ਲੱਗ ਜਾਵੇਗਾ ਕਿ ਅਸਲ ਦੇ ਵਿੱਚ ਖੇਡਾਂ ਵਰਤੀਆਂ ਕੀ। 1984 ਲੰਘੀ,
ਦੇਖਿਆ ਗਿਆ ਕਿ ਸਿੱਖ ਫਿਰ ਆਪਣੀ ਹੋਂਦ ਨੂੰ ਬਰਕਰਾਰ ਰੱਖਣ ਵਾਸਤੇ ਜਦੋਜਹਿਦ ਵਿੱਚ ਲੱਗੇ। ਸਿੱਖ ਵਿਦੇਸ਼ਾਂ ਵਿੱਚ ਬੈਠ ਗਏ ਜਾ ਕੇ, ਉਹ ਵਿਦੇਸ਼ਾਂ 'ਚ ਰਹਿ ਕੇ ਵੀ ਆਪਣੇ ਪੰਥ ਦੀ ਸੋਚ ਦਾ ਦੀਵਾ ਆਪਣੇ ਸੀਨੇ ਵਿੱਚ ਬਾਲ ਕੇ ਬੈਠੇ। ਉਹ ਆਪਣੀ ਪੰਥਕ ਸੋਚ, ਪੰਥਕ ਹਿੱਤਾਂ ਨੂੰ ਲੈ ਕੇ ਬੈਠੇ ਨੇ। ਕਿਵੇਂ ਕੀਤਾ ਜਾਵੇ? ਇਹਨਾਂ ਮਰਦਾਂ ਦੀ ਕੌਮ ਨੂੰ ਕਿਹੜੇ ਤਰੀਕੇ ਨਾਲ ਮੁਰਦਿਆਂ ਦੀ ਕੌਮ ਬਣਾਇਆ ਜਾਵੇ? ਪ੍ਰੀ ਪਲੈਨਿੰਗ ਪੰਜਾਬ ਦੇ ਵਿੱਚ ਡੇਰਾਵਾਦ ਪੈਦਾ ਕੀਤਾ ਗਿਆ। ਪ੍ਰੀ ਪਲੈਨਿੰਗ ਡੇਰਾਵਾਦ ਪੈਦਾ ਕੀਤਾ। ਡੇਰਾਵਾਦ ਦੇ ਜਰੀਏ ਸਾਰਾ ਵਿਪਰਵਾਦ ਸਿੱਖ ਕੌਮ ਦੇ ਵਿੱਚ ਵਾੜਿਆ ਗਿਆ, ਜਿਹੜੇ ਵਿਪਰਵਾਦ ਨੂੰ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ 239 ਸਾਲ ਲਗਾ ਕੇ ਸਿੱਖ ਪੰਥ ਵਿੱਚੋਂ ਬਾਹਰ ਕੱਢਿਆ। ਸਾਰਾ ਵਿਪਰਵਾਦ ਵਾੜਿਆ ਗਿਆ, ਚਲੀਹੇ ਵਾੜੇ ਗਏ, ਜਪ ਤਪ ਨਾਂ ਤੇ ਸਮਾਗਮ ਵਾੜੇ ਗਏ, ਗਿਣਤੀਆਂ ਮਿਣਤੀਆਂ ਦੇ ਪਾਠ ਵਾੜੇ ਗਏ, ਹਵਨ ਵਾੜੇ ਗਏ, ਧਰਮ ਦੇ ਨਾਂ ਤੇ ਪਖੰਡਵਾਦ ਪੂਰਾ ਚਲਾਇਆ ਗਿਆ। ਸਭ ਤੋਂ ਵੱਡੀ ਗੱਲ, ਸਿੱਖ ਕੌਮ ਨੂੰ ਗੁਰੂ ਤੋਂ ਤੋੜ ਕੇ ਸਰੀਰਾਂ ਦੇ ਨਾਲ ਜੋੜਿਆ ਗਿਆ। ਮੈਨੂੰ ਇੱਕ ਵਿਦਵਾਨ ਨੇ ਗੱਲ ਕਹੀ, ਕਹਿਣ ਲੱਗਾ ਭਾਈ ਸਾਹਿਬ ਕਦੀ ਗੌਰ ਕੀਤਾ? ਮੈਂ ਕਿਹਾ ਕੀ? ਕਹਿਣ ਲੱਗਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਆਨੰਦਪੁਰ ਸਾਹਿਬ ਛੱਡਿਆ। ਮੈਂ ਕਿਹਾ ਹਾਂ। ਸਰਸਾ ਦੇ ਕਿਨਾਰੇ ਤੇ ਜਦੋਂ ਪਹੁੰਚੇ ਆ ਨਾ, ਪਿੱਛੋਂ ਦੁਸ਼ਮਣ ਨੇ ਹਮਲਾ ਬੋਲ ਦਿੱਤਾ। ਮੈਂ ਕਿਹਾ ਹਾਂ, ਇਤਿਹਾਸ 'ਚ ਲਿਖਿਆ। ਭਾਈ ਉਦੈ ਸਿੰਘ ਜੀ ਦੀ ਸ਼ਹਾਦਤ ਤੋਂ ਬਾਅਦ ਉੱਥੇ ਸਾਹਿਬਜ਼ਾਦਾ ਅਜੀਤ ਸਿੰਘ ਜੀ ਨੇ 8ਵੀਂ ਜੰਗ ਲੜੀ। ਮੈਂ ਕਿਹਾ ਇਤਿਹਾਸ 'ਚ ਲਿਖਿਆ। ਕਹਿਣ ਲੱਗਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਬਾਬਾ ਜੀਵਨ ਸਿੰਘ ਜੀ ਨੂੰ ਭੇਜਿਆ ਕਿ ਸਾਹਿਬਜ਼ਾਦਾ ਅਜੀਤ ਸਿੰਘ ਜੀ ਨੂੰ ਅੱਗੇ ਭੇਜੋ, ਅੱਗੇ ਲੈ ਕੇ ਜਾਣਾ। ਮੈਂ ਕਿਹਾ ਵੀ ਲਿਖਿਆ। ਬਾਬਾ ਜੀਵਨ ਸਿੰਘ ਉੱਥੇ ਸ਼ਹੀਦ ਹੋਏ। ਕਹਿਣ ਲੱਗਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਚਮਕੌਰ ਦੀ ਗੜੀ ਛੱਡੀ ਤੇ 3 ਗੁਰਸਿੱਖ ਸਤਿਗੁਰੂ ਜੀ ਨਾਲ ਜਿਉਂਦੇ ਬਾਹਰ ਗਏ। ਮੈਂ ਕਿਹਾ ਲਿਖਿਆ। ਕਹਿਣ ਲੱਗਾ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਉੱਥੋਂ ਸਾਹਿਬਜ਼ਾਦਾ ਅਜੀਤ ਸਿੰਘ ਜੀ ਨੂੰ ਜਿਉਂਦਿਆਂ ਬੁਲਾ ਸਕਦੇ ਸੀ, ਚਮਕੌਰ ਦੀ ਗੜੀ ਦੇ ਵਿੱਚੋਂ ਵੀ ਆਪਣੇ ਸਾਹਿਬਜ਼ਾਦੇ ਨੂੰ ਬਾਹਰ ਲਿਜਾ ਸਕਦੇ ਸੀ। ਕਦੀ ਗੌਰ ਕੀਤਾ ਕਿਉਂ ਨਹੀਂ ਜਿਉਂਦਿਆਂ ਨੂੰ ਬਾਹਰ ਕੱਢਿਆ? ਇਹ ਵੀ ਨਹੀਂ ਕਿ ਆਪਣੀ ਥਾਂ ਤੇ ਮੁਕਰਰ ਕਰਕੇ ਗਏ ਹੋਣ ਕਿ ਪਿੱਛੋਂ ਮੋਰਚਾ ਸੰਭਾਲੋ, ਸਗੋਂ ਆਪਣੀ ਅੱਖਾਂ ਦੇ ਸਾਹਮਣੇ ਥਾਪੜਾ ਦੇ ਕੇ ਤੋੜ ਕੇ ਸ਼ਹੀਦ ਕਰਵਾਇਆ। ਮੈਂ ਕਿਹਾ ਸੱਜਣਾ ਤੇਰੀ ਗੱਲ ਵਿੱਚ ਵਜਨ ਲੱਗਦਾ ਹੈ। ਮੈਂ ਕੀ ਤੱਤ ਕੱਢਿਆ? ਕਹਿਣ ਲੱਗਾ ਮੈਂ ਇਹ ਤੱਤ ਕੱਢਿਆ ਹੈ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਪਤਾ ਸੀ, ਗੁਰੂ ਜੀ ਨੂੰ ਪਤਾ ਸੀ ਗੁਰੂ ਜੋਤ ਨੇ 10ਵਾਂ ਕਿਰਦਾਰ ਜਿਹੜਾ ਸਰੀਰਕ ਰੂਪ ਵਿੱਚ ਨਿਭਾਉਣਾ ਹੈ, ਇਸ ਤੋਂ ਬਾਅਦ ਸਰੀਰਕ ਰੂਪ ਵਿੱਚ ਕਿਰਦਾਰ ਨਹੀਂ ਨਿਭਾਉਣਾ। ਇਸ ਤੋਂ ਬਾਅਦ ਸ਼ਬਦ ਗੁਰੂ ਦੇ ਲੜ ਲਾਉਣਾ ਹੈ ਸਿੱਖ ਪੰਥ ਨੂੰ। ਅਗਵਾਈ ਸ਼ਬਦ ਗੁਰੂ ਨੇ ਕਰਨੀ। ਸਿੱਖਾਂ ਦਾ ਗੁਰੂ ਸ਼ਬਦ ਗੁਰੂ ਹੈ। ਗੁਰੂ ਗੋਬਿੰਦ ਸਿੰਘ ਜੀ ਨੂੰ ਪਤਾ ਸੀ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੀਆਂ ਅੱਖਾਂ ਦੇ ਸਾਹਮਣੇ ਦੋਨੋਂ ਪੁੱਤਰ ਸ਼ਹੀਦ ਕਰਵਾਏ, ਹੱਥੀਂ ਤੋੜ ਕੇ ਸ਼ਹੀਦੀ ਗਾਨੇ ਬੰਨ ਕੇ ਤੋਰਿਆ ਸ਼ਹੀਦ ਹੋਣ ਲਈ। ਕਿਉਂ? ਇਸ ਕਰਕੇ ਕਿ ਕਿਤੇ ਅਜਿਹਾ ਨਾ ਹੋਵੇ ਸਾਡੇ ਤੋਂ ਬਾਅਦ ਇਹ ਭੋੜੇ ਭਾੜੇ ਸਿੱਖ ਇਹਨਾਂ ਨੂੰ ਹੀ ਗੁਰੂ ਮਿਲ ਕੇ ਪੂਜਣ ਲੱਗ ਪੈਣ, ਸਰੀਰਾਂ ਤੋਂ ਤੋੜ ਕੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਮੈਂ ਆਪਣੀ ਸਿੱਖ ਕੌਮ ਨੂੰ ਲਾਉਣਾ। ਜਦੋਂ ਨੇ ਇੰਨੀ ਗੱਲ ਕਹੀ ਨਾ, ਮੈਂ ਕਿਹਾ ਸੱਜਣਾ ਪਰ ਮੈਨੂੰ ਬੜੇ ਦੁੱਖ ਦੇ ਨਾਲ ਕਹਿਣਾ ਪਵੇਗਾ, ਜਿਸ ਸਰੀਰਾਂ ਤੋਂ ਤੋੜਨ ਦੇ ਲਈ ਗੁਰੂ ਨੇ ਆਪਣੇ ਪੁੱਤਰ ਸ਼ਹੀਦ ਕਰਵਾ ਲਏ, ਅੱਜ ਦੇ ਸਿੱਖ ਅਖਵਾਉਣ ਵਾਲੇ ਉਸ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਫਿਰ ਸਰੀਰਾਂ ਦੇ ਨਾਲ ਹੀ ਜੁੜ ਗਏ। ਮੱਦਾ ਦਾ ਪੰਥ ਮੁਰਦਿਆਂ ਦੀ ਕੌਮ ਬਣਾਉਣ ਦੀ ਕੋਸ਼ਿਸ਼ ਕੀਤੀ। ਭੋਰਿਆਂ ਨੂੰ ਜਨਮ ਦਿੱਤਾ ਗਿਆ। ਇੱਥੇ ਬਸ ਨਹੀਂ, ਕਿਤੇ ਸਾਹਿਬਜ਼ਾਦੇ ਦੇ ਸ਼ਹੀਦੀ ਦਿਹਾੜੇ ਨਾ ਮਨਾ ਲੈਣ, ਕਿਤੇ 1984 ਨਵੰਬਰ ਜਾਂ ਜੂਨ 1984 ਨੂੰ ਨਾ ਮਨਾ ਲੈਣ। ਬਾਬਿਆਂ ਦੀਆਂ ਬਰਸੀਆਂ ਨੂੰ ਜਨਮ ਦਿੱਤਾ ਗਿਆ। ਗੁਰੂ ਕਿਰਪਾ ਕਰੇ ਹਰ ਪੱਖ ਤੋਂ ਚੁਣੌਤੀ ਅੱਗੇ ਖੜੀ ਕੀਤੀ ਗਈ। ਉਹ ਚੁਣੌਤੀਆਂ ਫਿਰ ਦੁਬਾਰਾ ਤਿਆਰ ਹੋਈਆਂ। ਮੈਂ ਪਿਛਲੇ ਦਿਨੀ ਬੰਗਲਾ ਸਾਹਿਬ ਤੱਕ ਗੱਲ ਕਹੀ ਸੀ, ਮੈਨੂੰ ਕਿਹਾ ਗਿਆ ਸੀ ਕਿਸ ਆਧਾਰ ਤੇ ਤੁਸੀਂ ਇਹ ਗੱਲ ਕਹਿ ਸਕਦੇ ਹੋ? ਮੈਂ ਕਿਹਾ ਸੀ ਭਵਿੱਖ ਸਾਨੂੰ ਦੱਸ ਰਿਹਾ ਹੈ। ਮੈਂ ਕਿਹਾ ਸੀ ਉਹ ਗੁਰਸਿੱਖੋ 29 ਸਾਲ ਹੋ ਗਏ ਨੇ 1984 ਬੀਤੀ ਨੂੰ ਜਵਾਨ ਸਿੱਖ ਘਾਣ ਕਰਕੇ ਰੱਖ ਦਿੱਤਾ ਸੀ ਪੰਜਾਬ ਦੀ ਧਰਤੀ ਤੋਂ। ਉਹ ਗੁਰਸਿੱਖੋ ਅੱਖਾਂ ਖੋਲੋ, ਜਿਹੜੇ ਉਸ ਤੋਂ ਬਾਅਦ ਪੈਦਾ ਹੋਏ ਅੱਜ ਜਵਾਨੀ ਦੇ ਉੱਤੇ ਖੜੇ ਨੇ, ਉਹਨਾਂ ਨੂੰ ਵੱਢਣ ਵਾਸਤੇ, ਇਸ ਫਸਲ ਨੂੰ ਖਤਮ ਕਰਨ ਵਾਸਤੇ ਦਾਤਰੀਆਂ ਨੂੰ ਬੰਦੇ ਫਿਰ ਤੇਜ਼ ਕੀਤੇ ਜਾ ਰਹੇ। ਇਹ ਜਿਹੜੇ 1984 ਤੋਂ ਬਾਅਦ ਪੈਦਾ ਇਹਨਾਂ ਦਾ ਘਾਣ ਕਰੀ ਹੁਣ ਤਿਆਰ ਹੋ ਗਏ ਨੇ ਵੀ। ਤੁਹਾਨੂੰ ਪਤਾ ਖੰਨੇ ਦੀ ਧਰਤੀ
ਧਰਤੀ ਤੇ ਹਿੰਦੂ ਤਖਤ ਨੂੰ ਜਨਮ ਦਿੱਤਾ ਗਿਆ ਜੀ। ਜਨਰਲ ਵੈਦੇ ਦੀਆਂ ਉਸੇ ਬਰਸੀਆਂ ਮਨਾਈਆਂ ਜਾਂਦੀਆਂ ਨੇ। ਕਾਹਦੇ ਲਈ? ਇਹ ਜਿਹੜੇ ਜਵਾਨੀ ਵਿੱਚ ਕਦਮ ਧਰ ਰਹੇ ਨੇ, ਉੱਠਣ, ਦਾਤਰੀਆਂ ਤਿਆਰ ਨੇ ਤੇ ਇਹਨਾਂ ਨੂੰ ਵੀ ਵੱਢਣ ਦੀ ਕੋਸ਼ਿਸ਼ ਕੀਤੀ ਜਾਵੇ। ਗੁਰੂ ਕਿਰਪਾ ਕਰੇ, ਨਾ ਕਿਸੇ ਡੇਰੇਦਾਰ ਦਾ ਧਿਆਨ ਤੇ ਨਾ ਕਿਸੇ ਲੀਡਰ ਦਾ ਧਿਆਨ। ਤੁਹਾਨੂੰ ਪਤਾ ਹੈ ਜੂਨ 1984 ਵਿੱਚ ਪੰਥ ਦੀਆਂ 3 ਮਹਾਨ ਸ਼ਖਸੀਅਤਾਂ ਸ਼ਹੀਦ ਹੋਈਆਂ। ਜਨਰਲ ਸੁਬੇਗ ਸਿੰਘ, ਭਾਈ ਸਾਹਿਬ ਭਾਈ ਅਮਰੀਕ ਸਿੰਘ ਤੇ ਬਾਬਾ ਜਰਨੈਲ ਸਿੰਘ। ਉਹਨਾਂ ਤਿੰਨਾਂ ਦਾ ਸੰਸਕਾਰ ਕਿੱਥੇ ਕੀਤਾ ਗਿਆ? ਜਿਸ ਥਾਂ ਤੇ ਉਹਨਾਂ ਤਿੰਨਾਂ ਸ਼ਖਸੀਅਤਾਂ ਦਾ ਸੰਸਕਾਰ ਕੀਤਾ ਗਿਆ, ਕਦੀ ਉਸ ਥਾਂ ਵੱਲ ਝਾਤ ਮਾਰ ਕੇ ਤੱਕਿਆ ਨਹੀਂ? ਉਹਨਾਂ ਦਾ ਸੰਸਕਾਰ ਗੁਰਦੁਆਰਾ ਸ਼ਹੀਦਗੰਜ ਬਾਬਾ ਦੀਪ ਸਿੰਘ ਜੀ ਦਾ ਜਿਹੜਾ ਬਣਿਆ ਅੰਮ੍ਰਿਤਸਰ ਸਾਹਿਬ, ਉਹਦੇ ਬਿਲਕੁਲ ਨਾਲ ਸ਼ਮਸ਼ਾਨ ਘਾਟ ਵਿੱਚ ਕੀਤਾ ਗਿਆ। ਉਹ ਸ਼ਮਸ਼ਾਨ ਘਾਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮਲਕੀਅਤ ਜ਼ਮੀਨ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਂ ਤੇ ਹੈ ਕਾਗਜ਼ਾਂ ਦੇ ਵਿੱਚ ਅੱਜ ਵੀ। ਜਿਸ ਥਾਂ ਤੇ ਉਹਨਾਂ ਮਹਾਨ ਪੰਥ ਦੇ ਜਰਨੈਲਾਂ ਦਾ ਸੰਸਕਾਰ ਕੀਤਾ ਗਿਆ, ਮਈ 2010 ਦੇ ਵਿੱਚ ਅੰਮ੍ਰਿਤਸਰ ਦੀ ਧਰਤੀ ਤੇ ਬੀਜੇਪੀ ਤੇ ਸ਼ਿਵ ਸੈਨਾ ਨੇ ਪੂਰਾ ਜਲੂਸ ਕੱਢ ਕੇ 10 ਫੁੱਟ ਉੱਚੀ ਉੱਥੇ ਸ਼ਿਵ ਜੀ ਦੀ ਮੂਰਤੀ ਕੱਢ ਦਿੱਤੀ ਹੈ। ਸ਼ਿਵ ਜੀ ਦੀ ਮੂਰਤੀ। ਜੇ ਨਹੀਂ ਨਾ ਯਕੀਨ, ਜਦੋਂ ਐਤਕੀ ਮੱਥਾ ਟੇਕਣ ਜਾਓਗੇ ਨਾ ਦਰਬਾਰ ਸਾਹਿਬ ਵੇਖ ਕੇ ਆਏ, ਅੱਜ ਵੀ ਮਿਲੇਗੀ 10 ਫੁੱਟ ਦੀ ਉੱਚੀ ਮੂਰਤੀ। ਉਹ ਕਾਹਦੇ ਲਈ? ਸਿੱਖ ਕਹਿੰਦੇ ਨੇ ਸ਼ਹੀਦਾਂ ਦੀ ਯਾਦਗਾਰ ਬਣਾਉਣੀ ਹੈ, ਕਿਤੇ ਇੱਥੇ ਨਾ ਬਣ ਜਾਵੇ। ਉਹਨਾਂ ਸ਼ਹੀਦਾਂ ਦਾ ਨਾਮੋ ਨਿਸ਼ਾਨ ਮਿਟਾਈਏ, ਉਹਨਾਂ ਨੂੰ ਇਤਿਹਾਸ ਦੇ ਪੰਨਿਆਂ ਚੋਂ ਖਤਮ ਕਰਨਾ ਹੈ। ਦੂਸਰੀ ਚਾਲ ਸੀ, ਜੇ ਇਹ ਇੱਥੇ ਸ਼ਹੀਦੀ ਯਾਦਗਾਰ ਬਣਾਉਣ ਲਈ ਸ਼ਿਵ ਜੀ ਦੀ ਮੂਰਤੀ ਹਟਾਉਣਗੇ, ਸਾਡੇ ਕੋਲ ਫਿਰ ਬਹਾਨਾ ਮਿਲ ਜਾਏਗਾ ਸਿੱਖਾਂ ਦੀ ਜਵਾਨੀ ਨੂੰ ਘਾਣ ਕਰਨ ਵਾਸਤੇ। ਗੁਰਸਿੱਖੋ ਅੱਖਾਂ ਖੋਲੋ। ਗੁਰਸਿੱਖੋ 1984 ਨੂੰ ਤੇ ਅਸੀਂ ਸਹੀ ਤਰੀਕੇ ਨਾਲ ਸੰਭਾਲ ਨਹੀਂ ਜੇ ਸਕੇ, ਜਿਹੜੇ ਉਸ ਵਕਤ ਉਜੜੇ ਨੇ ਜਾਂ ਜਿਨ੍ਹਾਂ ਦਾ ਘਾਣ ਹੋਇਆ। ਅੱਜ ਵੀ ਵਿਧਵਾ ਕਲੋਨੀ ਕੂਕਾਂ ਮਾਰ ਮਾਰ ਕੇ ਦੱਸਦੀ ਹੈ ਕੀ ਹਸ਼ਰ ਹੈ ਮੇਰਾ। ਦੁਬਾਰਾ ਸਾਡੇ ਪੰਜਾਬ ਦੇ ਨੌਜਵਾਨਾਂ ਵਿੱਚ ਸਮਰੱਥਾ ਨਹੀਂ ਜੇ ਹੁਣ ਕਿਤੇ ਸਾਹਮਣਾ ਕਰ ਸਕਣ। ਗੁਰੂ ਕਿਰਪਾ ਕਰੇ ਕਿਤੇ ਅੱਖਾਂ ਖੋਲੀ। ਇਹ ਮੀਰੀ ਪੀਰੀ ਦੇ ਸਿਧਾਂਤ ਦ੍ਰਿੜ ਕਰਵਾਉਣ ਵਾਲੇ ਗੁਰੂ ਹਰਗੋਬਿੰਦ ਸਾਹਿਬ ਦਾ ਦਿਹਾੜਾ ਮਨਾ ਰਹੇ, ਜਿਨ੍ਹਾਂ ਨੇ ਧਰਮ ਤੇ ਰਾਜ ਦੀ ਗੱਲ ਕੀਤੀ। ਮੈਂ ਬੇਨਤੀ ਕਰਾਂ, ਧਰਮ ਵਿੱਚ ਸਿਆਸਤ ਨੂੰ ਕੋਈ ਥਾਂ ਨਹੀਂ, ਰਾਜਨੀਤੀ ਨੂੰ ਕੋਈ ਥਾਂ ਨਹੀਂ। ਸਮਾਪਤੀ ਕਰਾਂ। ਧਰਮ ਵਿੱਚ ਰਾਜਨੀਤੀ ਨੂੰ ਕੋਈ ਥਾਂ ਨਹੀਂ। ਧਰਮ ਪਿਓਰ ਹੈ, ਕੰਪਲੀਟ ਆਪਣੇ ਆਪ ਸੱਚ ਹੈ। ਪਰ ਮੈਂ ਬੇਨਤੀ ਕਰਾਂ, ਰਾਜਨੀਤੀ ਦੇ ਵਿੱਚ ਧਰਮ ਹੋਣਾ ਚਾਹੀਦਾ ਹੈ। ਇਹੀ ਚੀਜ਼ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦਿੱਤੀ ਸੀ, ਕਿਤੇ ਰਾਜਨੀਤੀ ਵਿਨਾਸ਼ ਨੀਤੀ ਨਾ ਬਣ ਜਾਏ। ਅੱਜ ਦੀ ਸਿਆਸਤ ਨੂੰ ਧਰਮ ਤੋਂ ਦੂਰ ਕਰਨ ਦੇ ਵਾਸਤੇ ਸਾਰੀਆਂ ਪਲੈਨਿੰਗਾਂ ਘੜੀਆਂ ਜਾ ਰਹੀਆਂ। ਗੁਰੂ ਕਿਰਪਾ ਕਰੇ, ਬੰਦੀ ਛੋੜ ਦਿਵਸ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਮਨਾ ਰਹੇ ਹਾਂ, ਕਿਤੇ ਉਹਨਾਂ ਦੇ ਮੀਰੀ ਪੀਰੀ ਦੇ ਸਿਧਾਂਤ ਨੂੰ ਮੁੱਖ ਰੱਖ ਕੇ, ਕਿਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਮੁੱਖ ਰੱਖ ਕੇ ਸਮੁੱਚੇ ਸਿੱਖ ਪੰਥ ਇੱਕ ਝੰਡੇ, ਇੱਕ ਗ੍ਰੰਥ, ਇੱਕ ਪੰਥ, ਇੱਕ ਮਰਿਆਦਾ, ਇੱਕ ਸਿਧਾਂਤ ਦੇ ਨਾਲ ਜੁੜ ਜਾਵੇ, ਤਾਂ ਕਿ ਆਉਣ ਵਾਲੀਆਂ ਸਾਡੀਆਂ ਨਸਲਾਂ ਜਿਹੜੀਆਂ ਨੇ ਉਹ ਬਚ ਜਾਣ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜਗਾਇਆ ਹੋਇਆ ਸਿੱਖੀ ਦਾ ਦੀਪਕ ਇਸੇ ਤਰ੍ਹਾਂ ਦੁਨੀਆ ਦੇ ਵਿੱਚ ਜਗਦਾ ਰਹੇ। ਸਤਿਗੁਰੂ ਦੀ ਕਿਰਪਾ ਕਰਨ, ਭੁੱਲਾਂ ਚੁੱਕਣ ਦੀ ਮਾਫੀ ਦੇਣੀ। ਵਿਚਾਰ ਕਰਦਿਆਂ ਕੋਲ ਬਹੁਤ ਸਾਰੀਆਂ ਭੁੱਲਾਂ ਗਲਤੀਆਂ ਹੋਈਆਂ, ਸਤਿਗੁਰੂ ਜੀ ਬਖਸ਼ਣ।